ਸਤਿ ਸ਼੍ਰੀ ਅਕਾਲ। ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕਥ ਜ਼ਿੰਦਗੀ ਚੈਨਲ 'ਤੇ। ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਕਹਿੰਦੇ ਹਨ ਹਰ ਬੰਦੇ ਦੀ ਜ਼ਿੰਦਗੀ ਨੂੰ ਜਿਉਣ ਦੇ ਕੁਝ ਅਸੂਲ ਹੁੰਦੇ ਹਨ। ਬਸ ਇਵੇਂ ਦੇ ਕੁਝ ਅਸੂਲ ਗੁਰਬਚਨ ਸਿੰਘ ਦੇ ਸੀ। ਗੁਰਬਚਨ ਸਿੰਘ ਹਮੇਸ਼ਾ ਹੱਕ ਸੱਚ ਦੀ ਖਾਣ ਵਾਲਾ ਸੀ। 10 ਨੌਹਾਂ ਦੀ ਕਿਰਤ ਕਰਨ ਵਾਲਾ ਸੀ। ਗੁਰਬਚਨ ਸਿੰਘ ਕਰਜ਼ਾ ਲੈ ਕੇ ਕੋਈ ਵੀ ਕੰਮ ਕਰਨ ਦੇ ਹੱਕ ਵਿੱਚ ਨਹੀਂ ਸੀ। ਬਸ ਉਸਨੇ ਇਹ ਅਸੂਲ ਆਪਣੇ 3 ਪੁੱਤਰਾਂ ਨੂੰ ਵੀ ਸਿਖਾਏ ਸਨ। ਗੁਰਬਚਨ ਸਿੰਘ ਦੇ 2 ਪੁੱਤਰ ਸਰਕਾਰੀ ਨੌਕਰੀ ਕਰਦੇ ਸੀ ਅਤੇ ਇੱਕ ਪੁੱਤਰ ਖੇਤੀਬਾੜੀ ਦਾ ਕੰਮ ਕਰਦਾ ਸੀ। ਵੈਸੇ ਤਾਂ ਗੁਰਬਚਨ ਸਿੰਘ ਦੇ 3 ਪੁੱਤਰ ਹੀ ਗੁਰਬਚਨ ਸਿੰਘ ਦੀ ਕਦਰ ਕਰਦੇ ਸਨ, ਪਰ ਜਿਹੜਾ ਪੁੱਤਰ ਗੁਰਬਚਨ ਸਿੰਘ ਦਾ ਖੇਤੀਬਾੜੀ ਕਰਦਾ ਸੀ ਉਸ ਦਾ ਆਪਣੇ ਪਿਤਾ ਨਾਲ ਲਗਾਵ ਹਮੇਸ਼ਾ ਤੋਂ ਜ਼ਿਆਦਾ ਸੀ। ਉਸ ਦੀ ਸੋਚ ਆਪਣੇ ਪਿਤਾ ਦੀ ਸੋਚ ਵਰਗੀ ਸੀ। ਅਚਾਨਕ ਗੁਰਬਚਨ ਸਿੰਘ ਦੀ ਅੱਜ ਮੌਤ ਹੋ ਗਈ। ਗੁਰਬਚਨ ਸਿੰਘ ਦੇ ਪਰਿਵਾਰ ਨੂੰ ਉਸ ਦੀ ਮੌਤ ਦਾ ਬਹੁਤ ਸਦਮਾ ਲੱਗਿਆ, ਪਰ ਹੁਣ ਸਦਮਾ ਉਸ ਤੋਂ ਵੱਡਾ ਲੱਗਣ ਵਾਲਾ ਸੀ। ਗੁਰਬਚਨ ਸਿੰਘ ਦੀ ਮੌਤ ਨੂੰ ਹਜੇ 4 ਦਿਨ ਹੀ ਹੋਏ ਸੀ। ਗੁਰਬਚਨ ਸਿੰਘ ਦਾ ਪਰਿਵਾਰ ਗੁਰਬਚਨ ਸਿੰਘ ਦੀ ਮੌਤ ਤੋਂ ਹਾਲੇ ਉਭਰਿਆ ਹੀ ਨਹੀਂ ਸੀ। 10ਵੇਂ ਦਿਨ ਭੋਗ ਪੈਣਾ ਸੀ। ਰਿਸ਼ਤੇਦਾਰ ਪਿੰਡ ਵਾਲੇ ਭੂਰੇ 'ਤੇ ਬੈਠੇ ਹੋਏ ਸੀ। ਅਚਾਨਕ ਇੱਕ ਗੱਡੀ ਉਹਨਾਂ ਦੇ ਘਰ ਦੇ ਸਾਹਮਣੇ ਆ ਕੇ ਖੜੀ ਹੋ ਗਈ। ਉਸ ਵਿੱਚੋਂ ਇੱਕ ਆਦਮੀ ਨਿਕਲਿਆ। ਭੂਰੇ 'ਤੇ ਬੈਠੇ ਲੋਕਾਂ ਵਿੱਚ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਗੁਰਬਚਨ ਸਿੰਘ ਦਾ ਘਰ ਇਹੀ ਹੈ? ਤਾਂ ਸਾਹਮਣੇ ਇੱਕ ਬਜ਼ੁਰਗ ਬੋਲਿਆ, ਹਾਂਜੀ ਇਹੀ ਘਰ ਹੈ ਉਹਨਾਂ ਦਾ। ਤਾਂ ਫਿਰ ਇੱਕ ਸ਼ਖਸ ਨੇ ਦੂਸਰੀ ਵਾਰ ਪੁੱਛਿਆ, ਫਿਰ ਗੁਰਬਚਨ ਸਿੰਘ ਦੇ ਵਾਰਸ ਕੌਣ ਹਨ? ਉੱਥੇ ਤਕਰੀਬਨ 25-30 ਲੋਕ ਬੈਠੇ ਸਨ। ਉਹ ਸਾਰੇ ਉਸ ਆਦਮੀ ਦੇ ਮੂੰਹ ਵੱਲ ਵੇਖਣ ਲੱਗੇ। ਉੱਥੇ ਹੀ ਗੁਰਬਚਨ ਸਿੰਘ ਦੇ 3 ਪੁੱਤਰ ਬੈਠੇ ਹੋਏ ਸਨ। ਉਹਨਾਂ ਨੇ ਆਪਣਾ ਹੱਥ ਉੱਤੇ ਕਰਕੇ ਕਿਹਾ, ਹਾਂਜੀ ਬੋਲੋ, ਅਸੀਂ ਹਾਂ ਉਹਨਾਂ ਦੇ ਵਾਰਸ। ਦੱਸੋ ਤੁਹਾਨੂੰ ਸਾਡੇ ਨਾਲ ਕੀ ਕੰਮ ਹੈ? ਉਹ ਆਦਮੀ ਗੁਰਬਚਨ ਸਿੰਘ ਦੇ 3 ਪੁੱਤਰਾਂ ਨੂੰ ਬੜੀ ਗੌਰ ਨਾਲ ਵੇਖ ਕੇ ਕਹਿੰਦਾ ਕਿ ਅੱਜ ਤੋਂ 20 ਸਾਲ ਪਹਿਲਾਂ ਗੁਰਬਚਨ ਸਿੰਘ ਮੇਰੇ ਨਾਲ ਸ਼ਹਿਰ ਵਿੱਚ ਨੌਕਰੀ ਕਰਦੇ ਸਨ। ਉਸ ਟਾਈਮ ਉਹਨਾਂ ਨੇ ਮੇਰੇ ਤੋਂ ਕੁਝ ਪੈਸੇ ਉਧਾਰ ਲਏ ਸੀ। ਹੁਣ ਉਹ ਰਕਮ ਵਿਆਜ ਸਮੇਤ 25 ਲੱਖ ਰੁਪਏ ਹੋ ਚੁੱਕੀ। ਦੋਸਤ ਹੋਣ ਦੇ ਨਾਤੇ ਮੈਂ ਉਸ ਨੂੰ ਜ਼ਿਆਦਾ ਦਬਾਅ ਦੇ ਕੇ ਪੈਸਿਆਂ ਦੀ ਮੰਗ ਨਹੀਂ ਕੀਤੀ, ਪਰ ਕੁਝ ਦਿਨ ਪਹਿਲਾਂ ਮੇਰੀ ਉਸ ਨਾਲ ਗੱਲ ਹੋਈ ਸੀ। ਉਸ ਨੇ ਮੈਨੂੰ ਕਿਹਾ ਸੀ ਕਿ ਤੂੰ ਸਾਡੇ ਘਰ ਆ ਜਾਣਾ ਅਤੇ ਆਪਾਂ ਪੈਸਿਆਂ ਦਾ ਮਸਲਾ ਹੱਲ ਕਰ ਦੇਵਾਂਗੇ। ਉਸ ਨੇ ਮੈਨੂੰ ਅੱਜ ਦੀ ਤਰੀਕ ਦਿੱਤੀ ਸੀ ਅਤੇ ਮੈਂ ਅੱਜ ਉਹ ਪੈਸੇ ਵਾਪਸ ਲੈਣ ਲਈ ਆਇਆ ਹਾਂ। ਉਹ ਆਦਮੀ ਉਸ ਆਦਮੀ ਦੀ ਗੱਲ ਸੁਣ ਕੇ ਉੱਥੇ ਬੈਠੇ ਸਾਰੇ ਲੋਕ ਇੱਕ ਦੂਜੇ ਦੇ ਮੂੰਹ ਵੱਲ ਦੇਖ ਕੇ ਗੱਲਾਂ ਕਰਨ ਲੱਗ ਪਏ। ਗੁਰਬਚਨ ਸਿੰਘ ਦਾ ਵੱਡਾ ਬੇਟਾ ਗੁਰਬਾਜ ਸਿੰਘ, ਜੋ ਕਿ ਸਰਕਾਰੀ ਨੌਕਰੀ ਕਰਦਾ ਸੀ, ਖੜਾ ਹੋ ਕੇ ਕਹਿੰਦਾ ਕਿ ਤੁਹਾਡੇ ਕੋਲ ਕੀ ਸਬੂਤ ਹਨ? ਸਾਡੇ ਪਿਤਾ ਨੇ ਤੁਹਾਡੇ ਤੋਂ ਪੈਸੇ ਉਧਾਰ ਲਏ ਸੀ। ਉਹ ਆਦਮੀ ਹੱਸ ਕੇ ਬੋਲਿਆ ਕਿ ਮੈਂ ਇੱਕ ਵਕੀਲ ਹਾਂ, ਇੰਨਾ ਮੂਰਖ ਨਹੀਂ ਕਿ ਬਿਨਾਂ ਸਬੂਤ ਦੇ ਤੁਹਾਡੇ ਕੋਲ ਆ ਗਿਆ। ਮੇਰੇ ਕੋਲ ਪੈਸਿਆਂ ਦੇ ਲੈਣ ਦੇਣ ਦਾ ਪ੍ਰਮੋਟ ਹੈ। ਤੁਹਾਡੇ ਪਿਤਾ ਜੀ ਨੇ ਆਪਣੇ ਹੱਥਾਂ ਨਾਲ ਇਸ 'ਤੇ ਪੂਰਾ ਵੇਰਵਾ ਲਿਖਿਆ ਹੈ, ਦਸਤਖਤ ਵੀ ਕੀਤੇ ਹਨ। ਵੱਡੇ ਪੁੱਤਰ ਨੇ ਕਿਹਾ ਕਿ ਮੈਂ ਕਿਸੇ ਇਸ ਇਕਰਾਰਨਾਮੇ ਨੂੰ ਨਹੀਂ ਮੰਨਦਾ। ਮੈਨੂੰ ਤਾਂ ਤੁਸੀਂ ਧੋਖੇਬਾਜ਼ ਲੱਗ ਰਹੇ ਹੋ। 20 ਸਾਲ ਚੁੱਪ ਰਹੇ, ਫਿਰ ਅੱਜ ਸਾਡੇ ਪਿਤਾ ਦਾ ਦੇਹਾਂਤ ਹੋਣ ਤੋਂ ਤੁਰੰਤ ਬਾਅਦ ਤੁਹਾਡਾ ਅਚਾਨਕ ਆ ਜਾਣਾ, ਇਹ ਸਭ ਕੀ ਹੈ? ਜੇ ਮੇਰੇ ਪਿਤਾ ਜੀ ਨੇ ਪੈਸੇ ਲਏ ਹੁੰਦੇ ਤਾਂ ਵੀ ਉਹ ਰਕਮ ਉਸ ਕੋਲ ਹੀ ਖਤਮ ਹੋ ਜਾਣੀ ਸੀ। ਮੈਂ ਇਹ ਪੈਸੇ ਦੇਣ ਤੋਂ ਸਾਫ਼-ਸਾਫ਼ ਇਨਕਾਰ ਕਰਦਾ ਹਾਂ। ਗੁਰਬਚਨ ਸਿੰਘ ਦਾ ਦੂਸਰਾ ਬੇਟਾ ਅਜੀਤ ਸਿੰਘ, ਜੋ ਕਿ ਸਰਕਾਰੀ ਬੈਂਕ ਮੈਨੇਜਰ ਸੀ ਅਤੇ ਉਹ ਬਿਲਡਿੰਗ ਬਣਾਉਣ ਦਾ ਕੰਮ ਵੀ ਕਰਦਾ ਸੀ, ਉਹ ਵੀ ਖੜਾ ਹੋ ਕੇ ਕਹਿੰਦਾ ਕਿ ਵਕੀਲ ਸਾਹਿਬ, ਜਿਨ੍ਹਾਂ ਪੈਰਾਂ 'ਤੇ ਇੱਥੇ ਆਇਓ ਉਹਨਾਂ ਪੈਰਾਂ 'ਤੇ ਵਾਪਸ ਚਲੇ ਜਾਓ ਤਾਂ ਚੰਗਾ ਹੋਵੇਗਾ। ਜੇਕਰ ਤੁਹਾਨੂੰ ਪੈਸੇ ਚਾਹੀਦੇ ਸਨ ਤਾਂ ਤੁਸੀਂ ਪਿਤਾ ਜੀ ਦੇ ਜਿਉਂਦੇ ਜੀ ਆਉਣਾ ਸੀ।
ਸਾਡੇ ਪਿਤਾ ਜੀ ਨੇ ਸਾਨੂੰ ਕਦੀ ਨਹੀਂ ਦੱਸਿਆ ਕਿ ਉਹਨਾਂ ਤੇ ਕੋਈ ਕਰਜ਼ਾ ਵੀ ਸੀ। ਵਕੀਲ ਕਹਿੰਦਾ ਕਿ ਪਹਿਲਾਂ ਇਸ ਲਈ ਨਹੀਂ ਆਇਆ ਕਿਉਂਕਿ ਪੈਸੇ ਲੈਣ ਦਾ ਇਕਰਾਰ ਅੱਜ ਦੇ ਦਿਨ ਦਾ ਸੀ। ਬਾਕੀ ਰਹੀ ਗੱਲ ਵਾਪਸ ਜਾਣ ਦੀ, ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਇੱਥੇ ਕੋਈ ਲੜਾਈ ਲੜਨ ਨਹੀਂ ਆਇਆ। ਇੱਥੋਂ ਚੁੱਪਚਾਪ ਵਾਪਸ ਚਲਿਆ ਜਾਵਾਂਗਾ। ਪਰ ਜੇਕਰ ਤੁਸੀਂ ਆਪਣੇ ਪਿਤਾ ਦਾ ਕਰਜ਼ ਦੇਣ ਤੋਂ ਮੁੱਕਰਦੇ ਹੋ ਤਾਂ ਮੈਂ ਜਾ ਕੇ ਕੋਰਟ ਦਾ ਦਰਵਾਜ਼ਾ ਵੀ ਖੜਕਾ ਸਕਦਾ ਹਾਂ। ਪਰ ਮੇਰੇ ਗੁਰਬਚਨ ਸਿੰਘ ਦੇ ਨਾਲ ਬਹੁਤ ਵਧੀਆ ਸਬੰਧ ਸਨ। ਅਸੀਂ ਬਹੁਤ ਚੰਗੇ ਦੋਸਤ ਹਾਂ ਤੇ ਹੁਣ ਵੀ ਸੀ। ਮੈਂ ਨਹੀਂ ਚਾਹੁੰਦਾ ਕਿ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਇੱਜ਼ਤ ਦੀਆਂ ਧੱਜੀਆਂ ਉੱਡ ਜਾਣ। ਇਸ ਲਈ ਮੈਂ ਤੁਹਾਨੂੰ ਕੁਝ ਸਮੇਂ ਦੀ ਰਾਹਤ ਦੇ ਦੇਵਾਂਗਾ। ਪਰ ਤੁਸੀਂ ਸਾਰਾ ਹੀ ਕਰਜ਼ ਦੇਣ ਲਈ ਇੱਕ ਵਾਰ ਮੰਨੋ ਤਾਂ ਸਹੀ। ਤਿੰਨੇ ਪੁੱਤਰ ਚੁੱਪ ਹੋ ਗਏ। ਕਿਸੇ ਨੇ ਵੀ ਕਰਜ਼ਾ ਚੁਕਾਉਣ ਦੀ ਹਿੰਮਤ ਨਾ ਵਿਖਾਈ। ਫਿਰ ਵਕੀਲ ਸਾਹਿਬ ਕਹਿੰਦੇ ਨੇ ਕਿ ਇੱਥੇ ਤੁਹਾਡੇ ਪਿੰਡ ਦੇ ਲੋਕ ਤੇ ਰਿਸ਼ਤੇਦਾਰ ਵੀ ਬੈਠੇ ਹਨ ਕਿ ਤੁਹਾਨੂੰ ਤਿੰਨਾਂ ਨੂੰ ਆਪਣੇ ਪਿਓ ਦੀ ਇੱਜ਼ਤ ਦੀ ਕੋਈ ਪਰਵਾਹ ਨਹੀਂ। ਫਿਰ ਅਚਾਨਕ ਗੁਰਬਚਨ ਸਿੰਘ ਦਾ ਛੋਟਾ ਪੁੱਤਰ ਨਿਰਮਲ ਸਿੰਘ ਖੜਾ ਹੋ ਕੇ ਬੋਲਿਆ ਕਿ ਤੁਸੀਂ ਕੋਈ ਸਬੂਤ ਵਿਖਾਓ। ਮੈਂ ਪਿਤਾ ਦਾ ਸਾਰਾ ਮੁਕੰਮਲ ਕਰਜ਼ ਦੇਣ ਲਈ ਤਿਆਰ ਹਾਂ। ਉਸ ਨੇ ਕਿਹਾ। ਇਹਨਾਂ ਕਹਿੰਦੇ ਸਾਰ ਹੀ ਉਸ ਦੀ ਘਰਵਾਲੀ, ਜੋ ਕਿ ਕੁਝ ਔਰਤਾਂ ਦੇ ਨਾਲ ਦਰਵਾਜ਼ੇ 'ਤੇ ਖੜੀ ਸਾਰੀਆਂ ਔਰਤਾਂ ਦੇ ਵਿੱਚ ਗੱਲ ਸੁਣ ਰਹੀ ਸੀ ਤੇ ਸਮਝ ਵੀ ਰਹੀ ਸੀ, ਜਲਦੀ ਜਲਦੀ ਬਾਹਰ ਆਈ ਤੇ ਫਿਰ ਆਪਣੇ ਪਤੀ ਨਿਰਮਲ ਸਿੰਘ ਦਾ ਹੱਥ ਫੜ ਕੇ ਅੰਦਰ ਲੈ ਗਈ ਤੇ ਕਹਿੰਦੀ, ਤੁਸੀਂ ਕੀ ਕਰ ਰਹੇ ਹੋ? ਤੁਹਾਨੂੰ ਆਪਣੇ ਘਰ ਦੇ ਹਾਲਾਤਾਂ ਦਾ ਸਭ ਪਤਾ ਹੈ। ਨਾਲੇ ਫਿਰ ਪੈਸਿਆਂ ਦੀ ਇੰਨੀ ਵੱਡੀ ਰਕਮ ਅਸੀਂ ਕਿੱਥੋਂ ਦੇਵਾਂਗੇ? ਤੁਸੀਂ 25 ਲੱਖ ਦੀ ਗੱਲ ਕਰ ਰਹੇ ਹੋ। ਸਾਡੇ ਕੋਲ ਤਾਂ 20,000 ਵੀ ਨਹੀਂ। ਤੁਹਾਡਾ ਵੱਡਾ ਭਰਾ ਪੂਰੀ ਤਰ੍ਹਾਂ ਸੁਖੀ ਹੋਣ ਦੇ ਬਾਵਜੂਦ ਵੀ ਚੁੱਪਚਾਪ ਬੈਠਾ ਹੈ। ਤੁਸੀਂ ਕਿਉਂ ਆਪਣੇ ਆਪ ਤੇ ਆਪਣੇ ਪਿਤਾ ਜੀ ਦਾ ਕਰਜ਼ਾ ਚੁਕਾਉਣ ਦਾ ਇੰਨਾ ਵੱਡਾ ਬੋਝ ਲੈ ਰਹੇ ਹੋ? ਨਿਰਮਲ ਸਿੰਘ ਕੋਲ ਥੋੜ੍ਹੀ ਬਹੁਤ ਜ਼ਮੀਨ ਸੀ। ਮਾੜਾ ਮੋਟਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਉਸੇ ਨਾਲ ਹੀ ਪਤੀ ਪਤਨੀ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਸਨ। ਨਿਰਮਲ ਸਿੰਘ ਦੇ ਵਿਆਹ ਨੂੰ 7 ਸਾਲ ਹੋ ਚੁੱਕੇ ਸੀ। ਉਹਨਾਂ ਦਾ ਕੋਈ ਬੱਚਾ ਵੀ ਨਹੀਂ ਸੀ। ਜੋ ਦੋਵੇਂ ਵੱਡੇ ਭਰਾ ਆਪਣੇ ਆਪਣੇ ਘਰਾਂ ਵਿੱਚ ਪੂਰੀ ਐਸ਼ ਔਰ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਸੀ। ਇਸ ਤਰ੍ਹਾਂ ਉਹਨਾਂ ਦੇ ਵੱਡੇ ਭਰਾਵਾਂ ਦੀਆਂ ਵਧੀਆ ਸਰਕਾਰੀ ਨੌਕਰੀਆਂ ਤੇ ਕਾਰੋਬਾਰ ਵੀ ਸਨ। ਪਿਤਾ ਜੀ ਨੇ ਦੋਹਾਂ ਭਰਾਵਾਂ ਨੂੰ ਆਪਣੇ ਆਪਣੇ ਪੈਰਾਂ 'ਤੇ ਖੜਾ ਕਰ ਦਿੱਤਾ ਸੀ। ਛੋਟਾ ਭਰਾ ਨਿਰਮਲ ਸਿੰਘ ਦੀ ਜ਼ਿੰਮੇਵਾਰੀ ਉਹਨਾਂ ਦੋਹਾਂ ਭਰਾਵਾਂ ਨੂੰ ਦਿੱਤੀ ਸੀ ਕਿਉਂਕਿ ਪਿਤਾ ਜੀ ਦਾ ਅਚਾਨਕ ਸਿਹਤ ਢਿੱਲੀ ਰਹਿਣ ਲੱਗ ਪਈ। ਪਰ ਉਹਨਾਂ ਦੋਵਾਂ ਭਰਾਵਾਂ ਨੇ ਕਦੀ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਿਆ ਤੇ ਆਪਣੀ ਜ਼ਿੰਦਗੀ ਵਿੱਚ ਮਸਤ ਹੋ ਗਏ। ਨਾ ਤਾਂ ਉਹਨਾਂ ਨਿਰਮਲ ਸਿੰਘ ਨੂੰ ਕਦੀ ਕੋਈ ਆਰਥਿਕ ਮਦਦ ਕੀਤੀ ਤੇ ਨਾ ਹੀ ਨਿਰਮਲ ਸਿੰਘ ਨੇ ਵੀ ਆਪਣੇ ਭਰਾਵਾਂ ਨੂੰ ਕਦੀ ਕੋਈ ਸ਼ਿਕਾਇਤ ਕੀਤੀ। ਪਰਮਾਤਮਾ ਨੇ ਉਸ ਨੂੰ ਜਿਸ ਹਾਲਾਤ ਵਿੱਚ ਰੱਖਿਆ, ਉਹ ਉਸੇ ਹਾਲਾਤ ਵਿੱਚ ਹੀ ਮਿਹਨਤ ਕਰਕੇ ਆਪਣੀ ਜ਼ਿੰਦਗੀ ਬਿਤਾ ਰਿਹਾ ਸੀ। ਉਸ ਦੇ ਪਿਤਾ ਜੀ ਨੇ ਜ਼ਮੀਨ ਵੀ 3 ਭਰਾਵਾਂ ਨੂੰ ਬਰਾਬਰ ਹਿੱਸੇ ਵੰਡ ਦਿੱਤੀ ਸੀ, ਜਿਸ ਨਾਲ ਉਸ ਨੂੰ ਥੋੜ੍ਹੀ ਬਹੁਤ ਮਦਦ ਹੋ ਜਾਂਦੀ। ਉਹੀ ਜ਼ਮੀਨ ਹੀ ਉਸ ਦੀ ਜ਼ਿੰਦਗੀ ਦਾ ਸਹਾਰਾ ਸੀ। ਪਰ ਹੁਣ ਇੱਦਾਂ ਲੱਗ ਰਿਹਾ ਸੀ ਕਿ ਉਹ ਜ਼ਮੀਨ ਵੀ ਉਸ ਦੇ ਕਰਮਾਂ ਵਿੱਚ ਨਹੀਂ ਰਹਿਣੀ, ਕਿਉਂਕਿ ਅੱਜ ਉਹ ਵੀ ਵਿਕਣ ਵਾਲੀ ਸੀ। ਨਿਰਮਲ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਆਪਣੀ ਜ਼ਮੀਨ ਵੇਚ ਦੇਵਾਂਗਾ, ਪਰ ਪਿਤਾ ਜੀ ਦਾ ਨਾਮ ਬਦਨਾਮ ਨਹੀਂ ਹੋਣ ਦੇਵਾਂਗਾ। ਨਿਰਮਲ ਸਿੰਘ ਦੀ ਪਤਨੀ ਅੱਖਾਂ ਵਿੱਚ ਹੰਝੂ ਲਿਆ ਕੇ ਬੋਲੀ ਕਿ ਤੁਹਾਡੀ ਇਸੇ ਆਦਤ ਕਰਕੇ ਹੀ ਅਸੀਂ ਅੱਜ ਤੱਕ ਗਰੀਬ ਹਾਂ। ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ ਕਿ ਉਹ ਜ਼ਮੀਨ ਨਾ ਵੇਚੋ। ਜੇਕਰ ਜ਼ਮੀਨ ਹੀ ਵਿਕ ਗਏ ਤਾਂ ਅਸੀਂ ਭੁੱਖੇ ਮਰ ਜਾਵਾਂਗੇ। ਉਹ ਜ਼ਮੀਨ ਹੀ ਸਾਡਾ ਸਹਾਰਾ ਹੈ। ਸਾਡੀ ਜ਼ਿੰਦਗੀ ਲੰਘ ਰਹੀ ਹੈ ਉਸ ਸਹਾਰੇ। ਫਿਰ ਉਸਨੇ ਆਪਣੀ ਪਤਨੀ ਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ ਕਿ ਤੂੰ ਹਰ ਦੁੱਖ ਸੁੱਖ ਵਿੱਚ ਮੇਰਾ ਸਾਥ ਦਿੱਤਾ। ਅੱਜ ਪਿਤਾ ਜੀ ਦੀ ਇੱਜ਼ਤ ਦਾ ਸਵਾਲ ਹੈ ਕਿ ਤੂੰ ਨਹੀਂ ਚਾਹੁੰਦੀ ਕਿ ਸਾਰਾ ਪਿੰਡ ਸਾਰੀ ਜ਼ਿੰਦਗੀ ਮੈਨੂੰ ਸਾਰੇ ਪਿੰਡ ਦੇ ਸਾਹਮਣੇ ਸਿਰ ਨੀਵਾਂ ਕਰਕੇ ਰਹਿਣਾ ਪਵੇ। ਤੂੰ ਅੱਜ ਤੱਕ ਮੈਨੂੰ ਹੌਸਲਾ ਦਿੰਦੀ ਰਹੀ ਤੇ ਮੈਨੂੰ ਇੱਕ ਸੱਚਾ ਇਨਸਾਨ ਵੀ ਸਮਝਦੀ ਰਹੀ,
ਪਰ ਅੱਜ ਤੈਨੂੰ ਕੀ ਹੋ ਗਿਆ? ਕਿਉਂ ਮੈਨੂੰ ਨਾ ਮਰਦ ਬਣਾਉਣ ਲੱਗੀ ਹੋਈ ਏ? ਇੰਨਾ ਸੁਣਦੇ ਹੀ ਅਚਾਨਕ ਉਸ ਦੀ ਪਤਨੀ ਦੇ ਹਾਵ ਭਾਵ ਬਦਲ ਗਏ। ਪੂਰੇ ਮਾਣ ਨਾਲ ਕਹਿੰਦੀ, ਮੈਨੂੰ ਮਾਫ਼ ਕਰ ਦਿਓ ਜੀ, ਤੁਸੀਂ ਜਾਓ, ਪਹਿਲਾਂ ਆਪਣੇ ਪਰਿਵਾਰ ਦੀ ਇੱਜ਼ਤ ਬਚਾਓ। ਰਹੀ ਗੱਲ ਪੇਟ ਭਰਨ ਦੀ, ਤਾਂ ਇਸ ਲਈ ਮੈਂ ਤੁਹਾਡੇ 'ਤੇ ਪੂਰਾ ਯਕੀਨ ਕਰਦੀ ਹਾਂ ਕਿ ਤੁਸੀਂ ਸਾਨੂੰ ਕਦੇ ਭੁੱਖੇ ਨਹੀਂ ਸੌਣ ਦੇਵੋਗੇ। ਨਾਲੇ ਪਰਮਾਤਮਾ ਸਭ ਨੂੰ ਰੋਟੀ ਦਿੰਦਾ ਹੈ। ਚੰਗੀ ਨੀਅਤ ਅਤੇ ਚੰਗੀ ਸੋਚ ਵਾਲੇ ਨੂੰ ਰੱਬ ਚੰਗਾ ਫਲ ਹੀ ਦਿੰਦਾ ਹੈ। ਫਿਰ ਨਿਰਮਲ ਸਿੰਘ ਪੂਰੇ ਜੋਸ਼ ਵਿੱਚ ਆ ਕੇ ਬੈਠਕ ਵਿੱਚ ਬੈਠ ਗਿਆ। ਉੱਥੇ ਬੈਠੇ ਲੋਕ ਅਜੇ ਵੀ ਆਪਸ ਵਿੱਚ ਮੂੰਹ ਜੋੜ ਕੇ ਗੱਲਾਂ ਕਰ ਰਹੇ ਸੀ। ਵਕੀਲ ਨੇ ਹੱਸਦੇ ਹੋਏ ਕਿਹਾ, ਅਜੇ ਵੀ ਪਿਓ ਦਾ ਕਰਜ਼ਾ ਲਾਉਣਾ ਚਾਹੁੰਦਾ ਹੈ, ਜਾਂ ਫਿਰ ਤੇਰੀ ਪਤਨੀ ਨੇ ਤੈਨੂੰ ਮੁਕਰਾ ਦਿੱਤਾ? ਫਿਰ ਨਿਰਮਲ ਸਿੰਘ ਨੇ ਜਵਾਬ ਦਿੱਤਾ ਕਿ ਇੱਕ ਮਰਦ ਦੀ ਪਤਨੀ ਹੈ। ਵਕੀਲ ਸਾਹਿਬ, ਤੁਸੀਂ ਤਾਂ ਸਬੂਤ ਤਾਂ ਵਿਖਾਓ। ਮੈਂ ਸਾਰਾ ਕਰਜ਼ਾ ਲਾਉਣ ਲਈ ਤਿਆਰ ਹਾਂ। ਹਾਂ, ਮੇਰੇ ਕੋਲ ਪੈਸੇ ਨਹੀਂ ਹਨ, ਪਰ ਮੈਂ ਆਪਣੇ ਹਿੱਸੇ ਦੀ ਜ਼ਮੀਨ ਤੁਹਾਨੂੰ ਦੇ ਦੇਵਾਂਗਾ, ਪਰ ਪਿਤਾ ਜੀ ਦੇ ਕੋਈ ਕਰਜ਼ ਨਹੀਂ ਰਹਿਣ ਦੇਵਾਂਗਾ। ਵਕੀਲ ਨੇ ਦੁਬਾਰਾ ਇੱਕ ਵਾਰ ਫਿਰ ਦੋਵੇਂ ਵੱਡੇ ਭਰਾਵਾਂ ਵੱਲ ਵੇਖਿਆ ਤੇ ਕਿਹਾ, ਤੁਸੀਂ ਦੋਵੇਂ ਆਪਣੇ ਛੋਟੇ ਭਰਾ ਦਾ ਸਾਥ ਨਹੀਂ ਦਿਓਗੇ? ਦੋਵੇਂ ਭਰਾ ਇੱਕ ਵਾਰ ਤਾਂ ਬਗਾਨਿਆਂ ਵਾਂਗ ਸਿਰ ਝੁਕਾ ਕੇ ਬੈਠੇ ਰਹੇ ਤੇ ਕੋਈ ਜਵਾਬ ਨਾ ਦਿੱਤਾ। ਨਿਰਮਲ ਸਿੰਘ ਕਹਿਣ ਲੱਗਾ, ਵਕੀਲ ਸਾਹਿਬ, ਮੈਂ ਆਪਣੇ ਪਿਤਾ ਦਾ ਕਰਜ਼ ਚੁਕਾਉਣ ਲਈ ਤਿਆਰ ਹਾਂ। ਜਦੋਂ ਨਿਰਮਲ ਸਿੰਘ ਨੇ ਵਕੀਲ ਸਾਹਿਬ ਦੀ ਗੱਲ ਦਾ ਇਹ ਦੁਹਰਾ ਕੇ ਜਵਾਬ ਦਿੱਤਾ, ਤਾਂ ਉਸਦੇ ਦੋਵੇਂ ਵੱਡੇ ਭਰਾ ਕਹਿਣ ਲੱਗੇ, ਦੇਖ ਭਾਈ ਵਕੀਲ ਸਾਹਿਬ, ਇਹ ਛੋਟਾ ਭਰਾ ਸਾਡੇ ਪਿਤਾ ਨਾਲ ਰਹਿੰਦਾ ਸੀ। ਅਸੀਂ ਤਾਂ ਦੋਵੇਂ ਅਲੱਗ-ਅਲੱਗ ਰਹਿੰਦੇ ਸੀ। ਸਾਨੂੰ ਕੀ ਪਤਾ ਸਾਡੇ ਪਿਓ ਨੇ ਕੋਈ ਕਰਜ਼ ਲਿਆ ਸੀ ਕਿ ਨਹੀਂ। ਇਹ ਨਾਲ ਰਹਿੰਦਾ ਸੀ, ਇਸ ਨੂੰ ਪਤਾ ਹੋ ਸਕਦਾ ਹੈ, ਇਸ ਲਈ ਇਸ ਨੇ ਵਰਤੇ ਵੀ ਹੋਣ। ਸਾਡਾ ਇਸ ਪਿਤਾ ਦੇ ਕਰਜ਼ ਨਾਲ ਕੋਈ ਲਾਕਾ ਦੇਕਾ ਨਹੀਂ, ਨਾ ਹੀ ਭਾਈ ਅਸੀਂ ਦੇਣ ਵਾਲਿਆਂ ਵਿੱਚ, ਤੇ ਜੇਕਰ ਸਾਡੇ ਪਿਓ ਨੇ ਕਿਸੇ ਤੋਂ ਕੋਈ ਲੈਣਾ ਵੀ ਸੀ, ਤੇ ਨਾ ਹੀ ਅਸੀਂ ਉਸ ਲੈਣ ਵਾਲਿਆਂ ਵਿੱਚ ਹਾਂ। ਇਸ ਲਈ ਇਹ ਛੋਟਾ ਭਰਾ ਹੀ ਜਾਣੇ ਤੇ ਸਾਡਾ ਪਿਓ ਜਾਣੇ। ਵਕੀਲ ਕਹਿਣ ਲੱਗਾ ਕਿ ਸੁਣੋ ਫਿਰ ਤਿੰਨੇ ਭਰਾ, ਕੰਨ ਖੋਲ੍ਹ ਕੇ ਮੇਰੀ ਗੱਲ ਨੂੰ। ਮੈਂ ਤੇ ਗੁਰਬਚਨ ਸਿੰਘ ਸਕੂਲ ਤੋਂ ਹੀ ਬਹੁਤ ਚੰਗੇ ਜਿਗਰੀ ਯਾਰ ਸੀ ਤੇ ਅੱਜ ਵੀ ਸੀ। ਸੋ ਅੱਜ ਤੋਂ 20 ਸਾਲ ਪਹਿਲਾਂ ਮੈਂ ਤੇ ਗੁਰਬਚਨ ਸਿੰਘ ਨੇ ਮਿਲ ਕੇ ਕੁਝ ਸ਼ੇਅਰ ਖਰੀਦੇ ਸੀ। ਉਸ ਸਮੇਂ ਉਹਨਾਂ ਦੀ ਕੀਮਤ ਸਿਰਫ 25,000 ਸੀ। ਸ਼ੇਅਰ ਖਰੀਦਦੇ ਸਮੇਂ ਇਹ ਫੈਸਲਾ ਕੀਤਾ ਗਿਆ ਸੀ ਕਿ ਰੱਬ ਨਾ ਕਰੇ ਜੇਕਰ ਆਪਣੇ ਦੋਹਾਂ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਜਾਂਦੀ, ਸ਼ੇਅਰ ਵੇਚ ਦਿੱਤੇ ਜਾਣਗੇ ਤੇ ਮ੍ਰਿਤਕ ਜ਼ਾਰ ਦੇ ਹਿੱਸੇ ਵਿੱਚ ਆਉਣ ਵਾਲੀ ਰਕਮ ਉਸ ਦੇ ਬੱਚੇ ਤੇ ਹਿੱਸੇਦਾਰ ਕੋਈ ਯੋਗ ਬੱਚੇ ਤੱਕ ਪਹੁੰਚਾਈ ਜਾਵੇਗੀ। ਬਚੇ ਹੋਏ ਹਿੱਸੇਦਾਰ ਨੂੰ ਸਮੇਂ ਦੇ ਹਾਲਾਤਾਂ ਦੇ ਆਧਾਰ 'ਤੇ ਹਿੱਸੇ ਦੀ ਰਕਮ ਸਾਰੇ ਪੁੱਤਰਾਂ ਵਿੱਚ ਬਰਾਬਰ ਵੰਡਣ ਜਾਂ ਕਿਸੇ ਇੱਕ ਨੂੰ ਦੇਣ ਦਾ ਪੂਰਾ ਅਧਿਕਾਰ ਹੋਵੇਗਾ। ਇਹ ਇੱਛਾ 'ਤੇ ਨਿਰਭਰ ਕਰੇਗਾ। ਵਕੀਲ ਨੇ ਅੱਗੇ ਕਿਹਾ, ਕਿਉਂਕਿ ਮੈਂ ਉਹ ਜਿਉਂਦਾ ਹਿੱਸੇਦਾਰ ਹਾਂ ਅਤੇ ਮੈਨੂੰ ਗੁਰਬਚਨ ਸਿੰਘ ਦਾ ਉਹ ਹਿੱਸਾ ਕਿਸੇ ਨੂੰ ਜਾਂ ਕਿਸੇ ਇੱਕ ਨੂੰ ਦੇਣ ਦਾ ਪੂਰਾ ਅਧਿਕਾਰ ਹੈ। ਇਸ ਲਈ ਉਹ ਹਿੱਸਾ ਮੈਂ ਕਿਸੇ ਨੂੰ ਵੀ ਦੇ ਸਕਦਾ ਹਾਂ। ਇਹ ਕਰਜ਼ੇ ਦਾ ਤਾਂ ਮੈਂ ਇੱਕ ਨਾਟਕ ਕੀਤਾ ਸੀ। ਉਹਨਾਂ ਨੇ ਕੋਈ ਕਰਜ਼ ਨਹੀਂ, ਬਲਕਿ ਸ਼ੇਅਰ ਵੇਚਣ ਤੋਂ ਬਾਅਦ ਟੈਕਸ ਕੱਟਣ ਤੋਂ ਬਾਅਦ 25 ਲੱਖ ਰੁਪਏ ਉਹਨਾਂ ਦੇ ਹਿੱਸੇ ਆਏ ਨੇ ਤੇ ਉਹ 25 ਲੱਖ ਰੁਪਏ ਮੈਂ ਗੁਰਬਚਨ ਸਿੰਘ ਦੇ ਛੋਟੇ ਪੁੱਤਰ ਨਿਰਮਲ ਸਿੰਘ ਨੂੰ ਦੇਣ ਦਾ ਐਲਾਨ ਕਰਦਾ ਹਾਂ, ਕਿਉਂਕਿ ਨਿਰਮਲ ਸਿੰਘ ਉਹਨਾਂ ਪੈਸਿਆਂ ਦਾ ਸੱਚਾ ਹੱਕਦਾਰ ਹੈ। ਜਿਹੜੇ ਪੁੱਤਰ ਆਪਣੇ ਪਿਤਾ ਦਾ ਕਰਜ਼ਾ ਮੋੜਨਾ ਆਪਣਾ ਫਰਜ਼ ਨਹੀਂ ਸਮਝਦੇ, ਉਹਨਾਂ ਦਾ ਪਿਤਾ ਦੀ ਜਾਇਦਾਦ ਵਿੱਚ ਕੋਈ ਹੱਕ ਨਹੀਂ ਬਣਦਾ। ਇਹ ਸੁਣਦੇ ਹੀ ਸਾਰੇ ਲੋਕ ਹੈਰਾਨ ਰਹਿ ਗਏ ਅਤੇ ਗੁਰਬਚਨ ਸਿੰਘ ਨੇ ਦੋਨੋਂ ਵੱਡੇ ਪੁੱਤਰਾਂ ਦਾ ਚਿਹਰਾ ਉਤਰ ਗਿਆ। ਉਹਨਾਂ ਦੀਆਂ ਪਤਨੀਆਂ ਕੁਝ ਦੇਰ ਪਹਿਲਾਂ ਜੋ ਆਪਣੇ ਦਿਓਰ ਨੂੰ ਮੂਰਖ ਸਮਝ ਰਹੀਆਂ ਸੀ, ਹੁਣ ਉਹ ਆਪਣੇ ਘਰ ਵਾਲਿਆਂ ਵੱਲ ਅੱਖਾਂ ਕੱਢ ਕੇ ਵੇਖ ਰਹੀਆਂ ਸਨ। ਵਕੀਲ ਦੇ ਇਸ਼ਾਰਾ ਕਰਦਿਆਂ ਹੀ
ਉਹਨਾਂ ਦੇ ਦੋ ਆਦਮੀ ਵੱਡੇ ਵੱਡੇ ਦੋ ਟੈਚੀ ਲੈ ਕੇ ਆਏ ਤੇ ਨਿਰਮਲ ਸਿੰਘ ਨੂੰ ਫੜਾ ਦਿੱਤੇ। ਇਹ ਵੇਖ ਕੇ ਉੱਥੇ ਬੈਠੇ ਲੋਕਾਂ ਨੇ ਸ਼ਾਬਾਸ਼ ਦਿੰਦੇ ਹੋਏ ਨਿਰਮਲ ਸਿੰਘ ਦੀ ਸੋਚ ਦੀ ਸ਼ਲਾਘਾ ਕੀਤੀ ਤੇ ਕਿਹਾ, ਤੂੰ ਆਪਣੇ ਪਿਤਾ ਦੀ ਸੋਚ ਨੂੰ ਜਿੰਦਾ ਰੱਖਿਆ। ਇਹ ਇੱਕ ਸੱਚੇ ਪੁੱਤਰ ਦਾ ਫਰਜ਼ ਹੁੰਦਾ ਹੈ ਤੇ ਉਹੀ ਇੱਕ ਅਸਲੀ ਪੁੱਤਰ ਹੁੰਦਾ ਹੈ। ਜਦੋਂ ਦੋਵੇਂ ਟੈਚੀ ਨਿਰਮਲ ਸਿੰਘ ਕਮਰੇ ਵਿੱਚ ਗਿਆ ਤਾਂ ਉਸ ਦੀ ਪਤਨੀ ਭੱਜ ਕੇ ਆਈ। ਭਿੱਜੀਆਂ ਅੱਖਾਂ ਨਾਲ ਪਤੀ ਨੂੰ ਵੇਖਦੇ ਹੋਏ ਕਹਿੰਦੀ ਕਿ ਅੱਜ ਸਮਝ ਆ ਗਿਆ ਕਿ ਸੱਚਾਈ, ਇਮਾਨਦਾਰੀ ਅਤੇ ਵਿਸ਼ਵਾਸ ਦੇ ਰਾਹ ਵਿੱਚ ਕੰਡੇ ਤੇ ਦਰਦ ਤਾਂ ਬਹੁਤ ਮਿਲਦੇ ਹਨ। ਅੱਜ ਦੇ ਜ਼ਮਾਨੇ ਵਿੱਚ ਹਰ ਦਿਮਾਗ ਵਿੱਚ ਬੇਈਮਾਨੀ ਘਰ ਘਰ ਗਈ ਹੈ। ਅੱਜ ਕੱਲ੍ਹ ਹਰ ਬੱਚਾ ਆਪਣੇ ਪਿਓ ਦੀ ਸੋਚ ਨੂੰ ਗਲਤ ਕਹਿ ਰਿਹਾ ਹੈ, ਪਰ ਇਹ ਭੁੱਲ ਰਿਹਾ ਹੈ ਇੱਕ ਵਾਰ ਸਾਡੇ 'ਤੇ ਵੀ ਇਹੀ ਦਿਨ ਆਉਣੇ ਨੇ। ਬੇਸ਼ੱਕ ਉਦੋਂ ਸਾਡੇ ਬੱਚੇ ਨਿੱਕੇ ਹੁੰਦੇ ਹਨ, ਪਰ ਜਦੋਂ ਉਹ ਵੱਡੇ ਹੋ ਜਾਂਦੇ ਨੇ ਫਿਰ ਉਹ ਵੀ ਉਵੇਂ ਕਰਦੇ ਹਨ ਜਿਵੇਂ ਅਸੀਂ ਆਪਣੇ ਮਾਂ ਪਿਓ ਨੂੰ ਦੁੱਖ ਦਿੱਤੇ ਤੇ ਤਪਾਉਂਦੇ ਹਾਂ। ਫਿਰ ਸਾਡੇ ਕੋਲ ਤਾਂ ਕੁਝ ਕਹਿਣ ਨੂੰ ਵੀ ਨਹੀਂ ਹੁੰਦਾ, ਕਿਉਂਕਿ ਸਾਡੇ ਬੱਚੇ ਫਿਰ ਇਹ ਜਵਾਬ ਦਿੰਦੇ ਨੇ, ਹਾਂ ਮੰਮੀ ਡੈਡੀ, ਉਸ ਵਕਤ ਬੇਸ਼ੱਕ ਅਸੀਂ ਨਿੱਕੇ ਸੀ, ਪਰ ਤੁਸੀਂ ਵੀ ਆਪਣੇ ਮਾਂ ਪਿਓ ਨੂੰ ਇਵੇਂ ਹੀ ਬੁਰਾ ਭਲਾ ਕਹਿੰਦੇ ਸੀ ਜਿਵੇਂ ਅੱਜ ਅਸੀਂ ਤੁਹਾਨੂੰ ਕਹਿ ਰਹੇ ਹਾਂ। ਸੋ ਕੀਤੇ ਕਰਮਾਂ ਦਾ ਫਲ ਜ਼ਰੂਰ ਮਿਲਦਾ ਹੈ। ਇਵੇਂ ਹੀ ਨਿਰਮਲ ਸਿੰਘ ਨੂੰ ਆਪਣੇ ਪਿਓ ਦੀ ਸੋਚ 'ਤੇ ਪੂਰਨੇ ਪਾਉਣ ਦਾ ਫਲ ਮਿਲਿਆ। ਕਹਿੰਦੇ ਹਨ ਕਿ ਇੱਕ ਦਿਨ ਪਰਮਾਤਮਾ ਸੁਣਦਾ ਜ਼ਰੂਰ ਹੈ। ਜਦੋਂ ਵੀ ਸੁਣਦਾ ਹੈ, ਕਹਿੰਦੇ ਹਨ ਕਿ ਛੱਪੜ ਪਾੜ ਕੇ ਦਿੰਦਾ ਹੈ। ਸੋ ਮਾਂ ਬਾਪ ਦਾ ਸਤਿਕਾਰ ਕਰੋ, ਉਹਨਾਂ ਦੀ ਸੋਚ 'ਤੇ ਪੂਰਨੇ ਪਾਉਣਾ, ਇਹੀ ਇੱਕ ਮਾਂ ਬਾਪ ਨੂੰ ਸੱਚੀ ਸ਼ਰਧਾਂਜਲੀ, ਸੱਚਾ ਸਤਿਕਾਰ, ਸੱਚਾ ਪਿਆਰ ਹੈ। ਤੁਹਾਨੂੰ ਮੇਰੀ ਇਹ ਕਹਾਣੀ ਕਿਵੇਂ ਦੀ ਲੱਗੀ? ਇਸ ਕਹਾਣੀ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।